कानून वास्ते खड़े हो। जी क्या हो रहा है यार, कैमरे लगे तुम डर गए यार। सब तो पहला असी सारे पत्रकार भरावां नूं जिहड़े होर साडे वीर साडियां भैणां इत्थे मौजूद ने, सब तो पहला उन्हां नूं नमस्कार करना चाहांगे। साथियों, उंज ते देश दे विच बड़ियां पार्टियां बणियां, पार्टियां की कोई कमी नहीं है देश दे विच, पर अज लोड़ है देश दे विच बदलाव दी। ये पार्टियां जिहड़ियां इन्हां ने राजनीति नूं बिजनेस बना लिया, पैसे तो सत्ता, सत्ता तो पैसा, फिर पैसे तो सत्ता, फिर सत्ता तो पैसा, ते गरीब जिहड़ा होर गरीब हुंदा जा रहा है, अमीर होर अमीर हुंदा जा रहा है। अज भुखमरी च साडा देश 107 देशों के 102वें नंबर पर पहुंच गया। कुपोषण का हाल यह है कि 2014 की जिहड़ी रिपोर्ट आई है राष्ट्रीय नमूना सर्वेक्षण की, 45% बच्चे साडे कुपोषित हैं। जे आपां करोना काल दा विच हाल देखिए, 97% लोगों की आमदन घटी है, 3% लोगों की आमदन वधी है। एक बंदे की आमदन 35 रुपये रह गई है रोज की, ते दूजे बंदे की आमदन एक दिन की 2000 करोड़ हो गई। हालात ये है कि एक बंदा जिंदा रहने काबिल नहीं बचिया, जिंदा रहने काबिल हालत नहीं है, इन्नी उहदे कोल कमाई नहीं है, ते दूजे पासे एक बंदे कोल इन्नी कमाई है कि वो जे सारा टब्बर 2-2 हज़ार के नोट गिणन लगे, सारा टब्बर पूरे दिन च नोट नहीं गिन सकता। ते ये सारा जिहड़ा कानून बने ने, ये सारी जिहड़ी हालात पैदा हो रही है, एक पूंजीवाद का कब्जा देश ते हो रहा है, ते उस दा जिहड़ा दोषी है वो साडी राजनीति है। ते उस राजनीति च बदलाव लियाउण वास्ते अज जिहड़ी देश च भुखमरी वरती है, जिहड़ा इलाज आम बंदे की समर्था तो बाहर हो गया है, जिहड़ी उहदी निजी जरूरतां, जिहड़ी जिउंदा रहण वास्ते जरूरतां की उहनूं लोड़ है, वो
ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਨੇ ਤੇ ਉਹਨਾਂ ਦਾ ਜਿਹੜਾ ਦੋਸ਼ ਹੈ, ਉਹਨਾਂ ਦਾ ਜਿਹੜਾ ਕਸੂਰਵਾਰ ਹੈ, ਗੁਨਾਹਗਾਰ ਹੈ, ਉਹ ਸਾਡੀ ਰਾਜਨੀਤੀ ਆ ਜੀ। ਤੇ ਉਸ ਰਾਜਨੀਤੀ ਨੂੰ ਸ਼ੁੱਧ ਕਰਨ ਦੀ ਲੋੜ ਹੈ। ਰਾਜਨੀਤੀ ਦੂਸ਼ਿਤ ਹੋ ਗਈ ਹੈ, ਉਸ ਰਾਜਨੀਤੀ ਨੂੰ ਬਦਲਣ ਦੀ ਲੋੜ ਹੈ। ਅੱਜ ਅੰਗਰੇਜ਼ ਸਾਡੀ ਪਾਲਿਸੀ ਨਹੀਂ ਬਣਾ ਰਹੇ, ਅੱਜ ਸਾਡੇ ਦੇਸ਼ ਦੇ ਲੀਡਰ, ਸਾਡੇ ਦੇਸ਼ ਦੇ ਨੀਤੀਕਾਰ ਸਾਡੀ ਪਾਲਿਸੀ ਬਣਾ ਰਹੇ ਨੇ। ਤੇ ਸਾਡੇ ਦੇਸ਼ ਦੇ ਨੀਤੀਕਾਰਾਂ ਨੇ ਪੂੰਜੀਵਾਦ ਨੂੰ ਬੜਾਵਾ ਦਿੰਦੇ ਹੋਏ ਪੂੰਜੀਪਤੀਆਂ ਦੇ ਪੱਖ ਦੀਆਂ ਨੀਤੀਆਂ ਬਣਾਈਆਂ ਨੇ, ਆਮ ਗਰੀਬ ਬੰਦੇ ਦੀ ਪੱਖ ਦੀ ਨੀਤੀ ਨਹੀਂ ਬਣਾਈ। ਤੇ ਇਸ ਕਰਕੇ ਅੱਜ ਅਸੀਂ ਆਪਣੀ ਨਵੀਂ ਪਾਰਟੀ ਲਾਂਚ ਕਰ ਰਹੇ ਹਾਂ, ਸੰਯੁਕਤ ਸੰਘਰਸ਼ ਪਾਰਟੀ ਦੇ ਨਾਂ ਤੋਂ। ਤੇ ਸਾਡਾ ਮਕਸਦ ਜਿਹੜਾ ਹੋਏਗਾ ਉਹ ਰਾਜਨੀਤੀ ਨੂੰ ਸ਼ੁੱਧ ਕਰਨਾ ਹੈ, ਚੰਗੇ ਲੋਕਾਂ ਨੂੰ ਅੱਗੇ ਲਿਆਉਣਾ ਹੈ, ਮਾੜੇ ਲੋਕਾਂ ਨੂੰ, ਭ੍ਰਸ਼ਟ ਲੋਕਾਂ ਨੂੰ, ਉਹਨਾਂ ਨੂੰ ਜਿਹੜਾ ਦੇਸ਼ ਨੂੰ ਲੁੱਟ ਰਹੇ ਨੇ, ਜਿਹੜੇ ਦੇਸ਼ ਨੂੰ ਦੀ ਪਾਲਿਸੀ ਬੜੇ ਪੂੰਜੀਪਤੀਆਂ ਦੇ ਪੱਖ ਦੇ ਵਿੱਚ ਬਣਾ ਰਹੇ ਨੇ, ਗਰੀਬਾਂ ਨੂੰ ਲੁੱਟਣ ਦੀ ਪਾਲਿਸੀ ਬਣਾ ਰਹੇ ਨੇ, ਉਹਨਾਂ ਲੋਕਾਂ ਨੂੰ ਰਾਜਨੀਤੀ ਤੋਂ ਬਾਹਰ ਕਰਾਂਗੇ। ਤੇ ਸਾਡੀ ਜਿਹੜੀ ਪਾਰਟੀ ਹੈ ਉਹ ਧਰਮ ਨਿਰਪੇਖ ਹੋਏਗੀ, ਉਹ ਜਾਤੀ ਨਿਰਪੇਖ ਹੋਏਗੀ। ਅਸੀਂ ਇਸੇ ਕਰਕੇ ਅੱਜ ਉਸ ਚੀਜ਼ ਨੂੰ ਦਰਸਾਉਂਦੇ ਹੋਏ ਅਸੀਂ ਜਿਹੜਾ ਡਾਕਟਰ ਸ਼ੈਲੀ ਨੇ, ਜਿਹੜੇ ਈਸਾਈ ਸਮਾਜ ਦੇ ਨੇ, ਉਹਨਾਂ ਦੇ ਹੈੱਡ ਨੇ, ਅਸੀਂ ਦਲਿਤ ਸਮਾਜ ਦੇ ਜਿਹੜੇ ਰਾਜੂ ਜੀ ਨੇ ਉਹਨਾਂ ਨੂੰ ਨਾਲ ਬਿਠਾਇਆ। ਅਸੀਂ ਹਿੰਦੂ ਮਹਾਸਭਾ ਤੋਂ ਜਿਹੜਾ ਹੈ ਇੰਦਰਾ ਤਿਵਾਰੀ ਜੀ ਹੈ, ਹਿੰਦੂ ਮਹਾਸਭਾ ਦੀ ਪ੍ਰਧਾਨ ਹੈ। ਤੇ ਕਾਂਤਾ ਆਲੜੀਆ ਜੀ ਹੈ, ਇਹਨਾਂ ਨੂੰ ਅੱਜ ਅਸੀਂ ਪੰਜਾਬ ਦੇ ਪ੍ਰਭਾਰੀ ਲਾ ਰਹੇ ਹਾਂ। ਕਾਂਤਾ ਆਲੜੀਆ ਜੀ ਦਲਿਤ ਸਮਾਜ ਤੋਂ ਹੈ ਤੇ ਰਿਸ਼ਪਾਲ ਰਾਜੂ ਜੀ, ਰਿਸ਼ਪਾਲ ਜੋੜਾ ਮਾਜਰਾ ਜੀ ਹੈ, ਇਹਨਾਂ ਨੂੰ ਅਸੀਂ ਅੱਜ ਪੰਜਾਬ ਦੇ ਪ੍ਰਧਾਨ ਬਣਾ ਰਹੇ ਹਾਂ, ਇਹ ਜਰਨਲ ਸਮਾਜ ਤੋਂ। ਤੇ ਅਸੀਂ ਸਾਰਿਆਂ ਦਾ ਜਿਹੜਾ ਹੈ ਤਾਲਮੇਲ ਬਣਾ ਕੇ ਮਜ਼ਦੂਰ, ਕਿਸਾਨ, ਸ਼ਹਿਰ ਵਾਲੇ, ਰੇਹੜੀ ਫੜੀ ਵਾਲੇ, ਆਮ ਜਿਹੜਾ ਬੰਦਾ ਹੈ, ਸਾਡੀ ਜਿਹੜੀ ਪਾਰਟੀ ਕੰਮ ਕਰੇਗੀ ਉਹ ਆਮ ਸਮਾਜ ਵਾਸਤੇ, ਸਾਰੇ ਸਮਾਜ ਵਾਸਤੇ ਕੰਮ ਕਰੇਗੀ। ਤੇ ਸਾਰੇ ਸਮਾਜ ਨੂੰ ਆਪਾਂ ਜੋੜ ਕੇ ਚੱਲਾਂਗੇ। ਸਾਡੀ ਜਿਹੜੀ ਪਾਰਟੀ ਹੈ ਉਹ ਜਾਤੀ ਨਿਰਪੇਖ ਰਹੇਗੀ, ਉਹ ਧਰਮ ਨਿਰਪੇਖ ਰਹੇਗੀ। ਤੇ ਜਿਹੜਾ ਸਾਡਾ ਮੂਲ ਮਕਸਦ ਪਾਰਟੀ ਦਾ ਹੈ ਉਹ ਇਹ ਹੋਏਗਾ ਵੀ ਵੱਡੇ ਲੋਕਾਂ ਦੀ ਜੇਬ ਚੋਂ ਪੈਸਾ ਨਿਕਲੇ ਤੇ ਸਭ ਤੋਂ ਛੋਟੇ ਲੋਕਾਂ ਦੀ ਜੇਬ ਵਿੱਚ, ਸਭ ਤੋਂ ਗਰੀਬ ਲੋਕਾਂ ਦੀ ਜੇਬ ਵਿੱਚ ਪੈਸਾ ਜਾਏ। ਮੂਲ ਮਕਸਦ ਜਿਹੜਾ ਹੋਏਗਾ ਉਹ ਸਮਾਨਤਾ ਲਿਆਉਣ ਦਾ ਹੋਏਗਾ, ਨਿਆਂ ਲਿਆਉਣ ਦਾ ਹੋਏਗਾ, ਨਸ਼ਾਖੋਰੀ ਰੋਕਣ ਦਾ ਹੋਏਗਾ, ਇਲਾਜ ਫ੍ਰੀ ਕਰਨ ਦਾ ਹੋਏਗਾ, ਪੜ੍ਹਾਈ ਫ੍ਰੀ ਕਰਨ ਦਾ ਹੋਏਗਾ। ਜਿਹੜੇ ਸਾਡੇ ਯੁਵਾ ਵਿਦੇਸ਼ਾਂ ਨੂੰ ਜਾ ਰਹੇ ਨੇ ਉਹਨਾਂ ਵਾਸਤੇ ਵੀ ਅਸੀਂ ਜਿਹੜਾ ਹੈ ਉਹ ਏਜੰਟਾਂ ਦੇ ਚੁੰਗਲ ਤੋਂ ਬਚਾ ਕੇ ਉਹਨਾਂ ਨੂੰ ਸਰਕਾਰੀ ਏਜੰਸੀਆਂ ਆਪਾਂ ਖੜੀ ਕਰਾਂਗੇ ਜਿਹੜੀ ਉਹਨਾਂ ਨੂੰ ਬਾਹਰ ਭੇਜਣ ਦਾ ਕੰਮ ਕਰਨ। ਉਹ ਸਾਰੀ ਚੀਜ਼ਾਂ ਅਸੀਂ ਜਿਹੜਾ ਹੈ ਜਿਹੜੀ ਸਮਾਜ ਨੂੰ ਲੋੜ ਹੈ ਉਹਨਾਂ ਵਾਸਤੇ ਸਾਡੀ ਪਾਰਟੀ ਜਿਹੜੀ ਹੈ ਉਹ ਕੰਮ ਕਰੇਗੀ। ਤੇ ਅੱਜ ਤੋਂ ਸਾਡੀ ਪਾਰਟੀ ਦਾ ਨਾਮ ਸੰਯੁਕਤ ਸੰਘਰਸ਼ ਪਾਰਟੀ ਹੋਏਗਾ। ਇਸ ਤੋਂ ਥੱਲੇ ਆਪਾਂ ਜਿਹੜਾ 2022 ਦਾ ਇਲੈਕਸ਼ਨ ਹੈ ਪੰਜਾਬ ਦਾ ਉਹ ਲੜਾਂਗੇ। ਪੰਜਾਬ ਤੋਂ ਸ਼ੁਰੂਆਤ ਹੈ ਤੇ ਅੱਗੇ ਜਿਵੇਂ ਜਿਵੇਂ ਵੀ ਤੁਹਾਡਾ ਸਹਿਯੋਗ ਮਿਲਦਾ ਰਹੇਗਾ ਉਵੇਂ ਉਵੇਂ ਅੱਗੇ ਵਧਦੇ ਜਾਵਾਂਗੇ। ਤੇ ਮੇਰੀ ਸਾਰੇ ਜਿਹੜੇ ਮੀਡੀਆ ਵਾਲੇ ਵੀਰ ਨੇ ਉਹਨਾਂ ਨੂੰ ਇੱਕ ਬੇਨਤੀ ਇਹ ਹੈ ਵੀ ਸਾਡਾ ਮਕਸਦ ਪਾਰਟੀ ਬਣਾ ਕੇ ਅਮੀਰ ਹੋਣਾ, ਮਲਾਈ ਖਾਣਾ ਨਹੀਂ ਹੈ। ਸਾਡਾ ਮਕਸਦ ਇਸ ਦੇਸ਼ ਨੂੰ ਬਚਾਉਣਾ ਹੈ। ਤੇ ਤੁਸੀਂ ਸਾਰੇ ਵੀ ਇਸ ਦੇਸ਼ ਦੇ ਵਾਰਿਸ ਹੋ, ਤੁਸੀਂ ਸਾਰੇ ਵੀ ਇਸ ਦੇਸ਼ ਦੇ ਨਾਗਰਿਕ। ਜਿਹੜਾ ਮੀਡੀਆ ਉਹਨੂੰ ਚੌਥਾ ਸਤੰਭ ਕਿਹਾ ਜਾਂਦਾ ਹੈ, ਲੋਕਤੰਤਰ ਦਾ ਚੌਥਾ ਸਤੰਭ ਕਿਹਾ ਜਾਂਦਾ ਹੈ। ਤੇ ਜਿੰਨੀ ਕੁ ਜ਼ਿੰਮੇਵਾਰੀ ਸਾਡੀ ਹੈ ਇੰਨੀ ਕੁ ਜ਼ਿੰਮੇਵਾਰੀ ਤੁਹਾਡੀ ਹੈ। ਤੇ ਇਸ ਦੇਸ਼ ਨੂੰ ਬਚਾਉਣ ਵਾਸਤੇ, ਇਸ ਸਮਾਜ ਨੂੰ ਬਚਾਉਣ ਵਾਸਤੇ, ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਤੁਸੀਂ ਵੀ ਜਿਹੜਾ ਇਹਦੇ 'ਚ ਜਿੰਨਾ ਵੀ ਤੁਸੀਂ ਆਪਣੇ ਸਮਰੱਥਾ ਅਨੁਸਾਰ ਇਹਦੇ 'ਚ ਸਹਿਯੋਗ ਕਰ ਸਕਦੇ ਹੋ, ਕਿਉਂਕਿ ਲੋਕਾਂ ਤੱਕ ਖਬਰ ਜਿਹੜੀ ਉਹ ਤੁਸੀਂ ਪਹੁੰਚਾਉਣੀ ਹੁੰਦੀ ਹੈ, ਲੋਕਾਂ ਨੂੰ ਤੁਸੀਂ ਇੱਕ ਤਰ੍ਹਾਂ ਦਾ ਪੜ੍ਹਾਉਣਾ ਹੁੰਦਾ ਹੈ। ਤੇ ਉਹਦੇ 'ਚ ਅਸੀਂ ਬੇਨਤੀ ਕਰਾਂਗੇ, ਰਿਕੁਐਸਟ ਕਰਾਂਗੇ ਤੁਹਾਡੇ ਅੱਗੇ ਵੀ ਪੰਜਾਬ ਨੂੰ ਬਚਾਉਣ ਵਾਸਤੇ, ਦੇਸ਼ ਨੂੰ ਬਚਾਉਣ ਵਾਸਤੇ ਤੁਸੀਂ ਆਪਣਾ ਪੂਰਾ ਯੋਗਦਾਨ ਇਹਦੇ 'ਚ ਪਾਓ। ਤੇ ਇੰਨੀ ਕੁ ਬੇਨਤੀਆਂ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੇ ਥੋੜ੍ਹਾ 2 ਮਿੰਟ ਵਾਸਤੇ ਬੋਲ ਲੈਣ ਸਾਰੇ। ਰਿਸ਼ਪਾਲ ਸਿੰਘ ਜੋੜਾ ਮਾਜਰਾ ਇਹਨਾਂ ਨੂੰ ਆਪਾਂ ਪ੍ਰਧਾਨ ਲਾ ਰਹੇ ਹਾਂ।
मेरे सारे ही सत्कारयोग पत्रकार वीर, मेरिया भैणां, मेरे पार्टी के वर्कर साहिबान, मैं तुहाडा इत्थे आउण ते सारिਆਂ ਦਾ बहुत बहुत 1 साल ਦੇ संघर्ष ਦੇ ਵਿੱਚ देखिया भुगतिया 750 शहीदियां साडे किसानां वीरां दियां भैणां दियां होईयां, जिहदे विच जे मैं गलत ना होवां 10-12 तक कतल किया गया। जो जायतियां साडे नाल उत्थे होईयां, पता नहीं किहड़ा किहड़ा नां किसानां नूं दित्ता गया, उन्हां ते किहे जे तसद्दद कीते गए। एक सानू लुटिया जा रहा सी, दूजा कुटिया जा रहा सी, तीजा साडे एक इंसानियत नूं ठेस पहुंचाई जा रही सी। फिर प्रधान जी ने सोचा कि लोहे नूं लोहा कटदा है, जहर नूं जहर मारदा है। जिवें इन्हां ने दस्सिया बिगड़ी हुई राजनीति ਤਾਂ राजनीति नाल ही ठीक की जा सकती है। इस करके ये पार्टी बनाउण दा जिहड़ा एक विचार मन च आया। कई वीरां दा सवाल है कि पंजाब तो ही क्यों? इहदे 2-3 कारण ने। पहली गल तां यह है कि मिशन वैस्ट बंगाल चलाया, उत्थे सानू पता सी कि भाजपा ते तरमूल कांग्रेस दे विच लड़ाई सी, उत्थे भाजपा दा विरोध कीता तां आटोमैटिकली तरमूल कांग्रेस जित्ती। फिर मिशन यूपी की गल आई, उहदी भी लड़ाई शुरू की। जदों प्रधान जी ने मिशन पंजाब बारे पुछया तो कई सज्जनां दे विचार सी कि इत्थे भाजपा इन्नी स्ट्रोंग नहीं है, तो इत्थे आपां मदद भी किहदी करांगे, क्योंकि सारियां पार्टियां इहदे विच दोषी ने, भावें कांग्रेस है भावें अकाली दल है। ये किते ना किते भाईवाल रहीआं ने। आम आदमी पार्टी ने कदे भी कारपोरेट घराणे दा ना तां विरोध किया, सब तो पहला एक कानून की नोटिफिकेशन करके हितां ते सट मारी, ना बचन करके सानू ये अपनी पार्टी बनानी पई। फिर पंजाब च क्यों? तुहानू सारिआं नू पता है, इस अंदोलन तो बाद पहली इलैक्शन पंजाब दे विच है। अज अंदोलन का हर एक हिस्सा, भावें उत्थे दुख भोगे, शहादतां होईयां जां उत्थे जागरूक आई, जो जागरूक होए साडे नौजवान, साडे पूरे भारत के देश के वासी जागरूक होए, उन्हां चीज़ां नूं देखदे होए कि क्योंकि जदों भी कोई बदलाव या कोई संघर्ष की गल आई है तो पंजाब उहदे च मोहरी रहा है। इन्हां गल्लां नूं देखदे होए इहदी जिहड़ी शुरुआत है वो पंजाब तो की गई है। इस करके असी ये बेगल पंजाब च बजाया। जेकर सच्चे पातशाह साडे ते किरपा करते हैं, पंजाब के लोग सानू साथ दिंदे ने, तुसी सारे लोग जो पंजाब के वासी हो, भावें मीडिया वाले हो, भावें कोई किसी भी किते वाले हो, जे सानू साथ दिंदे हो तो असी एक मॉडल पेश करके, क्योंकि सारिया पार्टियां कहते हैं, किसी ने नवा पंजाब का नारा देता, किसी ने सुंदर पंजाब का नारा देता, सारी यही गल कहते कि असीं बदलाव लैके आवांगे। 10 साल लगातार राज करने वाली अकाली दल ने भी यही नारा देता पंजाब के बदलाव का। साडे लोग कन्फ्यूज ने कि यह बदलाव किवें आऊगा। पहली गल तो यह है कि असीं लोकां नूं आ फ्री वाले कामां दी किसी तरह की असीं कोई लारा नहीं लाउंदे।
ਦੂਜਾ ਇੱਕ ਰੋਡ ਮੈਪ ਅਸੀਂ ਤਿਆਰ ਕੀਤਾ ਹੈ, ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਾਂਗੇ, ਜਿਹੜਾ ਬਖੂਬੀ ਤੁਹਾਨੂੰ ਇਹ ਦੱਸੂਗਾ ਕਿ ਬਾਕੀ ਕਿਵੇਂ ਪੰਜਾਬ ਦੇ ਵਿੱਚ ਚੇਂਜ ਲਿਆਂਦੀ ਜਾ ਸਕਦੀ ਹੈ। ਸੋ ਇਹਨਾਂ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸੰਯੁਕਤ ਸੰਘਰਸ਼ ਪਾਰਟੀ ਦਾ ਸਾਥ ਦਿਓ। ਇਹਨਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਸਾਡੇ NRI ਵੀਰ ਸਰਦਾਰ ਕਰਮਜੀਤ ਸਿੰਘ ਦਿਓਲ ਜੀ ਸਾਡੇ ਨਾਲ ਬੈਠੇ ਨੇ, ਥੋੜੇ ਜਿਹੇ ਲੇਟ ਹੋ ਗਏ ਤੇ ਉਹਨਾਂ ਦਾ ਵੀ ਵੈਲਕਮ ਕਰਦੇ ਆ। ਹੁਣ ਮੈਂ ਬੇਨਤੀ ਕਰੂੰਗਾ ਰਸ਼ਪਾਲ ਰਾਜੂ ਜੀ, ਜਿਹੜੇ ਕਿ BSP ਦੇ ਸਾਬਕਾ ਪ੍ਰਧਾਨ ਰਹੇ ਨੇ, ਅੱਜ ਕੱਲ੍ਹ ਸਾਡੇ ਨਾਲ ਸੇਵਾ ਨਿਭਾ ਰਹੇ ਨੇ, ਉਹ ਵੀ 2 ਮਿੰਟ ਤੁਹਾਡੇ ਨਾਲ ਲਾਉਣਗੇ। ਰਸ਼ਪਾਲ ਰਾਜੂ ਜੀ। ਪ੍ਰੈਸ ਬੰਧੂਆਂ ਨੂੰ ਜੈ ਭੀਮ ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਇਤਿਹਾਸਕ ਦਿਨ ਹੈ, ਕਿਉਂਕਿ 1 ਸਾਲ ਕਿਸਾਨ ਤੇ ਮਜ਼ਦੂਰ ਨੇ ਸੰਘਰਸ਼ ਕੀਤਾ, 3 ਕਾਲੇ ਕਾਨੂੰਨ ਬਣੇ ਤਾਂ ਸਾਰਾ ਦੇਸ਼ ਇਕਜੁੱਟ ਹੋਇਆ। ਇਹ ਬਹੁਤ ਵਧੀਆ ਗੱਲ ਹੈ ਵੀ ਦੇਸ਼ ਵਿੱਚ ਮਜ਼ਦੂਰ, ਕਿਸਾਨ, ਵਪਾਰੀ ਸਾਰੇ ਇਕੱਠੇ ਹੋਏ, ਫੜੀ ਵਾਲੇ ਇਕੱਠੇ ਹੋਏ ਔਰ ਇਕੱਠੇ ਹੋ ਕੇ ਸੰਘਰਸ਼ ਲੜਿਆ। ਉਹ ਸੰਘਰਸ਼ ਆ ਪਿਛਲੇ ਥੋੜੇ ਦਿਨਾਂ ਤੋਂ ਅਸੀਂ ਜਿੱਤ ਕੇ ਕਿਸਾਨ ਤੇ ਮਜ਼ਦੂਰ ਮੁੜ ਕੇ ਪੰਜਾਬ ਦੇ ਆਪਣੇ ਆਪਣੇ ਥਾਂ ਤੇ ਵਾਪਸ ਆਏ ਔਰ ਵਾਪਸ ਆ ਕੇ ਔਰ ਖੁਸ਼ੀਆਂ ਭਰਿਆ ਮਾਹੌਲ ਸੀ। ਉਸ ਮਾਹੌਲ ਵਿੱਚੋਂ ਜਦੋਂ ਅਸੀਂ ਇਸ ਸੰਘਰਸ਼ ਵਿੱਚੋਂ ਨਿਕਲ ਰਹੇ ਹਾਂ ਤਾਂ ਸਾਨੂੰ ਇੰਜ ਲੱਗਦਾ ਵੀ ਕਿਤੇ ਨਾ ਕਿਤੇ ਇਹ ਜਿਹੜੀਆਂ ਸਾਡੀਆਂ ਪੁਰਾਣੀਆਂ ਪਾਰਟੀਆਂ ਇਹ ਜ਼ਿੰਮੇਵਾਰ ਹੈ। ਇਹਨਾਂ ਨੇ ਪਹਿਲਾਂ ਅਕਾਲੀ ਭਾਜਪਾ ਇਹਨਾਂ ਦਾ ਰਾਜ ਹੁੰਦਾ ਸੀ, ਜਦੋਂ ਇਹ 3 ਕਾਨੂੰਨ ਕਾਲੇ ਕਾਨੂੰਨ ਬਣੇ ਆ, ਇਹ ਕਹਿੰਦੇ ਅਸੀਂ ਕਾਂਗਰਸ ਔਰ ਸਾਰੇ ਪਾਰਟੀਆਂ ਤੋਂ ਇਹਦੇ ਬਾਰੇ ਸਰਵੇ ਵੀ ਕਰਵਾਇਆ ਸੀ, ਸੈਂਟਰ ਵਾਲੇ ਕਹਿੰਦੇ ਆ, ਇਹਨਾਂ ਨੇ ਜੈਸ ਕੀਤੀ ਹੈ ਵੀ ਬਹੁਤ ਵਧੀਆ ਕਾਨੂੰਨ ਆ। ਇਹਦਾ ਮਤਲਬ ਜਿਹੜੀਆਂ ਪੁਰਾਣੀਆਂ ਪਾਰਟੀਆਂ ਆ ਕਿਤੇ ਨਾ ਕਿਤੇ ਦੋਸ਼ੀ ਆ। ਇਹਨਾਂ ਨੇ ਕਿਸਾਨ, ਮਜ਼ਦੂਰ ਤੇ ਵਪਾਰੀ, ਫੜੀ ਵਾਲੇ ਇਹਨਾਂ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਕੀਤਾ। ਇਹਨਾਂ ਨੇ 1 ਸਾਲ ਦਾ ਜਿਹੜਾ ਵਕਫਾ ਆ, ਬਹੁਤ ਵੱਡਾ ਸੰਘਰਸ਼ ਉਹ ਉੱਥੇ ਕਰਨਾ ਪਿਆ ਔਰ ਕਰਨ ਤੋਂ ਬਾਅਦ ਜਿੱਤ ਪ੍ਰਾਪਤ ਹੋਈ ਹੈ ਔਰ ਇਹਨਾਂ ਸਰਕਾਰਾਂ ਨੂੰ ਗੋਡੇ ਭਾਰ ਕੀਤਾ। ਇਹ ਬਹੁਤ ਬਹੁਤ ਵਧਾਈ ਹੈ। ਲੇਕਿਨ ਇਸ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸਾਨੂੰ ਐਜੀਟੇਸ਼ਨ ਦਾ ਅਧਿਕਾਰ ਦਿੱਤਾ ਔਰ ਐਜੀਟੇਸ਼ਨ ਤੋਂ ਬਾਅਦ ਉਹਨਾਂ ਨੇ ਹੋਰ ਕਿਹਾ, ਜੇ ਰਾਜਾ ਜ਼ਾਲਮ ਬਣ ਜਾਏ, ਜੇ ਰਾਜਾ ਜਿਹੜਾ ਸਾਡਾ ਆ ਪ੍ਰਧਾਨ ਮੰਤਰੀ ਆ, ਸਾਡਾ ਮੁੱਖ ਮੰਤਰੀ ਆ, ਉਸ ਗਰੀਬਾਂ ਤੇ ਕਿਸਾਨਾਂ ਤੇ ਜ਼ੁਲਮ ਕਰਨ ਲੱਗ ਪਵੇ ਤਾਂ ਫਿਰ ਉਹਨੂੰ ਥੱਲੇ ਲਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਹ ਪ੍ਰਬੰਧ ਕੀ ਹੈ? ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਸੀ ਵੀ ਮੈਂ ਇੱਕ ਤੁਹਾਨੂੰ ਇਹੋ ਜਿਹਾ ਐਟਮ ਬੰਬ ਦੇ ਚੱਲਿਆ। ਉਹ ਐਟਮ ਬੰਬ ਜਿਹਦੀ ਆਵਾਜ਼ ਨਹੀਂ ਆਉਣੀ, 5 ਸਾਲਾਂ ਬਾਅਦ ਇਹਨੂੰ ਚਲਾਓ, ਇੱਕ ਪਰਦਾ ਲੱਗਾ ਹੋਏਗਾ, ਪਰਦੇ ਦੇ ਪਿੱਛੇ ਤੁਸੀਂ ਬਟਨ ਦਬਾਓਗੇ, ਅੱਜ ਕੱਲ੍ਹ ਬਟਨ ਹੋ ਗਿਆ, ਜਦੋਂ ਬਟਨ ਦਬਾਓਗੇ ਪਤਾ ਨਹੀਂ ਲੱਗਦਾ, ਟੂ ਦੀ ਆਵਾਜ਼ ਹੋਏਗੀ, ਲੇਕਿਨ ਉਹ ਜਿਹੜਾ ਰਾਜਾ ਆ ਉਹ ਮੁੜ ਕੇ ਕੁਰਸੀ ਤੋਂ ਥੱਲੇ ਆਏਗਾ, ਤੁਸੀਂ ਕੁਰਸੀ ਦੇ ਉੱਤੇ ਜਾ ਸਕਦੇ ਆ। ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਸੀ ਬਈ ਉਹ ਜਿਹੜੀ ਪਾਰਲੀਮੈਂਟ ਤੇ ਕਬਜ਼ਾ ਕਰ ਲਓ, ਉਹ ਵਿਧਾਨ ਸਭਾ ਤੇ ਕਬਜ਼ਾ ਕਰ ਲਓ, ਤੁਹਾਡੇ ਸਾਰੇ ਦੁੱਖਾਂ ਤੇ ਤਕਲੀਫਾਂ ਦਾ ਹੱਲ ਇੱਥੇ ਹੀ ਆ। ਕਿਉਂਕਿ ਜੇ ਅੱਜ ਦਿੱਲੀ ਦੀ ਗੱਲ ਕਰੀਏ, ਜੇ ਰਾਜਾ ਕਮਜ਼ੋਰ ਹੁੰਦਾ ਤਾਂ ਉਹ ਤਾਂ ਦੂਜੇ ਤੀਜੇ ਦਿਨ ਹੀ ਕਹਿ ਦਿੰਦਾ ਵੀ ਠੀਕ ਆ ਭਾਈ, ਜੇ ਤੁਸੀਂ ਤੁਹਾਨੂੰ ਇਹ ਮੇਰੀਆਂ ਗੱਲਾਂ, ਮੇਰੀਆਂ 3 ਕਾਨੂੰਨ ਵਧੀਆ ਨਹੀਂ ਲੱਗਦੇ, ਮੈਂ ਵਾਪਸ ਲੈਣਾ। ਪਰ 1 ਸਾਲ ਡਟਣਾ ਪਿਆ। ਕਿਉਂ? ਕਿਉਂਕਿ ਰਾਜੇ ਨੂੰ ਪਤਾ ਨਹੀਂ ਲੱਗਿਆ, ਉਹ ਕਹਿੰਦਾ ਕੁਛ ਨਹੀਂ ਹੁੰਦਾ, ਮੈਂ ਤਾਂ ਰਾਜਾ ਆ, ਉਹ ਤਾਂ ਹੈਲੀਕਾਪਟਰ ਉੱਡ ਕੇ ਲੰਘਦਾ ਰਿਹਾ। ਲੇਕਿਨ ਇਸ ਕਰਕੇ ਅੱਜ ਜਿਹੜਾ ਸੰਯੁਕਤ ਸੰਘਰਸ਼ ਪਾਰਟੀ ਬਣੀ ਆ ਉਹ ਕਿਸਾਨ ਤੇ ਮਜ਼ਦੂਰ ਦੀ ਆ ਔਰ ਸਰਦਾਰ ਗੁਰਨਾਮ ਸਿੰਘ ਚਨੂਨੀ ਜੀ, ਇਹ ਮਤਲਬ ਪੂਰੇ ਦੇਸ਼ ਵਿੱਚ ਇੱਕ ਨਾਮ ਹੈ ਇਹਨਾਂ ਦਾ ਔਰ ਇਹਨਾਂ ਨੇ ਸੰਘਰਸ਼ ਕੀਤਾ, ਹਰ ਥਾਂ ਤੇ ਸੰਘਰਸ਼ ਕੀਤਾ ਔਰ ਕਿਸਾਨਾਂ ਨੇ, ਮਜ਼ਦੂਰਾਂ ਨੇ ਸੰਘਰਸ਼ ਕੀਤਾ। ਉਹ ਸਾਰੇ ਲੋਕ ਜਾਣਦੇ ਆ, ਹੈਲੀਕਾਪਟਰ ਤੱਕ ਉੱਤਰ ਨਹੀਂ ਦਿੱਤੇ ਇਹਨਾਂ ਨੇ,
ਲੇਕਿਨ ਇਹੋ ਜਿਹੇ ਇਨਸਾਨ ਜਦੋਂ ਪਾਰਟੀ ਬਣਾਉਂਦੇ ਆ, ਅਸੀਂ ਕਿਉਂਕਿ ਅਸੀਂ ਮਜ਼ਦੂਰ ਕਲਾ ਚੋਂ ਹਾਂ। ਮੈਂ ਸਾਬਕਾ ਬਹੁਜਨ ਸਮਾਜ ਪਾਰਟੀ ਦਾ ਪ੍ਰਧਾਨ ਰਿਹਾ, ਮੈਂ ਇੰਚਾਰਜ ਵੀ ਰਿਹਾ। ਮੈਂ ਅੱਜ ਅਸੀਂ ਜਦੋਂ ਬਹੁਜਨ ਸਮਾਜ ਪਾਰਟੀ ਨੇ ਅਕਾਲੀ ਦਲ ਨਾਲ ਨਾਤਾ ਜੋੜ ਲਿਆ ਤਾਂ ਫਿਰ ਅਸੀਂ ਪਿੱਛੇ ਹਟ ਗਏ, ਕਿਉਂਕਿ ਜਿਹੜੀਆਂ ਪਾਰਟੀਆਂ ਸਾਨੂੰ ਡੋਬ ਰਹੀਆਂ, ਜਿਨ੍ਹਾਂ ਪਾਰਟੀ ਨੇ ਰਲ ਕੇ ਹੱਥ ਖੜੇ ਕੀਤੇ ਸੀ ਵੀ 3 ਕਾਨੂੰਨ ਕਾਲੇ ਬਣਨੇ ਚਾਹੀਦੇ ਆ, ਜਿਨ੍ਹਾਂ ਤੇ ਅੱਜ ਵੀ ਦੋਸ਼ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਉਹਨਾਂ ਨਾਲ ਸਾਨੂੰ ਨਹੀਂ ਜਾਣਾ ਚਾਹੀਦਾ। ਤਾਂ ਅਸੀਂ ਮੁੜ ਮਜ਼ਦੂਰਾਂ ਦੀ ਪਾਰਟੀ ਪੰਜਾਬ ਬਹੁਜਨ ਸਮਾਜ ਪਾਰਟੀ ਬਣਾਈ ਔਰ ਅਸੀਂ ਸਿੱਧੇ ਹੀ ਮਜ਼ਦੂਰ ਵਰਗ ਵਜੋਂ ਸਰਦਾਰ ਗੁਰਨਾਮ ਸਿੰਘ ਚੜੂਨੀ ਨਾਲ ਖੜੇ ਆ ਔਰ ਬਿਲਕੁਲ ਖੜੇ ਰਹਾਂਗੇ। ਇਹ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਆ, ਵਪਾਰੀਆਂ ਦੀ ਪਾਰਟੀ ਆ, ਛੋਟੇ ਫੜੀ ਵਾਲਿਆਂ ਦੀ ਪਾਰਟੀ ਆ। ਇਹਦੇ ਨਾਲ ਡਟ ਕੇ ਚੱਲਾਂਗੇ। ਆਉਣ ਵਾਲਾ ਸਮਾਂ ਜਿਹੜਾ ਆ ਉਹ ਇਤਿਹਾਸਕ ਫੈਸਲਾ ਕਰੇਗਾ। ਜੈ ਭੀਮ, ਜੈ ਭਾਰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। खालसा खालसा सर माइक के आगे बिठाओ, माइक के पास। वैगुरू जी का खालसा, वैगुरू जी की फतेह। सब तो पहला मैं माफ़ी मंगनी चाहूँगा गुरनाम सिंह चनूनी जी तो, क्योंकि मैनू लेट नहीं सी होना चाहिए। तो मैं क्योंकि यूएसए तो आया तो इन्होंने मैनू काबल समझिया इसते असी बड़े इकट्ठे हुए। 1 साल मैनू हो गया इतने आए नू, संगत मोर्चे के नाल ही हाँ असी। तो अनफॉर्चुनेटली मेरे पैर से सट लगन करके तो कल मेरा प्लास्टर खुलिया, तो इस करके अज बहुत कंप्लीकेशन होने करके मैं टाइम तो नहीं पहुँच सकिया। मैं सब तो गुस्ताखी मनदा। तो बाकी मेन चीज़ ये आ भी मैं 37 ईयर्स तो यूएसए रह रहा वाशिंगटन। मेरा नाम करमजीत सिंह दिओल, डिस्ट्रिक्ट लुधियाना। तो मेरे फादर साहब भी बड़े एक्टिव रहे ने पहला जो गुरनाम सिंह जस्टिस गुरनाम सिंह जज CM होंगे सी। सो पापा का बड़ा रोल रहा वो। इस करके साडा पिछोकड़ है जो थोड़ा जहा पोलीटिकल भी सी, पर लेकिन पापा ने कदे भी कोई इलेक्शन नहीं लड़ी क्योंकि वो सिर्फ सेवा लिए हाजिर होए सी उन्होंने नाल। ते बाकी जो मैं ये सारा कुछ देखा भी इत्थे की हो रहा पंजाब च, 25 दसंबर को मैं लैंड किया सीगा दिल्ली एयरपोर्ट ते जो मोर्चे लगने शुरू होए तो सानू भी गड्डी घुमा के बड़े दूर की उपर की घूम के पिंडा में ही निकलना पाया, क्योंकि उत्थे मोर्चा लग्या सी अपने सिंघू बार्डर से। तो गड्डियां भी नहीं सना करियां। तो उस दिन तो बाद मैं सारे मिलना शुरू किया। साडे पिंड दे जिन्ने भी योगदान पाने वाले सीगे सारे लोग आउंदे सी ते ट्रालियां लैके राशन लैके जिन्नी भी सेवा हो सकी की पूरी। तो इस करके हुण मैं 1-2 दिन दे विच जा रहे यूएस। ते चलूनी साहब ने मैनू काबल समझिया भी मैं अमेरिका जाके NRI कमेटी नूं सारी NRI कम्यूनिटी नूं सारी नूं मैं जागरूक करा भी ये जिहड़ी पार्टी बनी है साडी SSP तो यदा मुद्दा की है, यदा मैनीफेस्टो की है, साडा मोटो की है। सो इस करके आई लाइक टू थैंक चलूनी साहब एंड जोड़े माजरा साहब who thought I would be the right person to take this voice to the White House. So what I'm planning is White House ਦੇ ਅੱਗੇ ਸਾਡੀ ਪਾਰਟੀ ਦੇ ਝੰਡੇ ਤੇ ਉੱਥੇ ਮੁਜ਼ਾਹਰਾ ਹੋਏਗਾ ਆਉਣ ਵਾਲੇ ਹਫਤੇ ਦੇ ਵਿੱਚ, ਤਾਂ ਜੋ ਅਸੀਂ ਅਮਰੀਕਨ ਗਵਰਨਮੈਂਟ ਨੂੰ ਵੀ ਦੱਸ ਦਈਏ ਵੀ ਅਸੀਂ ਕਿਸ ਚੀਜ਼ ਲਈ ਲੜ ਰਹੇ ਹਾਂ। ਕਿਉਂਕਿ ਉਹ ਪੁੱਛਣਗੇ ਵੀ ਤੁਹਾਡਾ ਹੁਣ ਮੋਰਚਾ ਤੇ ਵਾਪਸ ਲੈ ਲਿਆ, ਉਹਨਾਂ ਨੇ ਕਾਨੂੰਨ ਵਾਪਸ ਹੋ ਗਏ ਨੇ, ਪਰ ਉਹਦੀ ਐਕਸਪਲੇਨੇਸ਼ਨ ਮੇਰੇ ਕੋਲ ਬੜੀ ਕਲੀਅਰ ਹੈਗੀ ਆ ਵੀ ਉਹ ਅੱਜ ਵਾਪਸ ਲੈ ਗਏ ਨੇ ਵੋਟਾਂ ਕਰਕੇ ਤੇ ਕੱਲ੍ਹ ਨੂੰ ਫਿਰ ਬਣ ਜਾਣਗੇ। ਪਰ ਅਸੀਂ ਚਾਹੁੰਦੇ ਹਾਂ ਕੋਈ ਸੋਲਿਡ ਪਾਰਟੀ ਬਣੇ ਜਿਹਦੇ ਕਰਕੇ ਸਾਨੂੰ ਇਹ ਮੌਕਾ ਦੁਬਾਰਾ ਨਾ ਦੇਖਣਾ ਪਵੇ, ਜਿਹਦੇ ਵਿੱਚ ਇੰਨੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ, 1-1 ਸਾਲ ਦੇ ਉੱਥੇ ਬੈਠੇ ਨੇ। ਤੇ ਉਹ ਚੀਜ਼ ਦਾ ਕੋਈ ਵੀ ਮੁਕਾਬਲਾ ਨਹੀਂ ਹੈਗਾ ਜਿਹੜੇ ਲੋਕਾਂ ਨੇ 1-1 ਸਾਲ ਆਪਣੀ ਜ਼ਿੰਦਗੀ ਦਾ ਬਿਤਾਤਾ ਬਾਰਡਰ ਤੇ। ਆਈ ਮੀਨ ਦਿਸ ਇਜ਼ ਰੀਅਲੀ ਐਪਰੀਸ਼ੀਏਟੇਬਲ। ਤੇ ਇਹ ਅਸੀਂ ਇਹ ਸਾਰਾ ਅਮਰੀਕਾ, ਕੈਨੇਡਾ, ਆਲ ਓਵਰ ਦ ਵਰਲਡ ਆਈ ਵਿਲ ਅਸਾਈਨ ਪੀਪਲ ਅੰਡਰ ਮੀ। ਤੇ ਉੱਥੇ ਅਸੀਂ ਇਹ ਆਵਾਜ਼ ਪਹੁੰਚਾਵਾਂਗੇ ਤਾਂ ਜੋ ਸਾਰੀ NRI ਕਮਿਊਨਿਟੀ ਸਾਡੇ ਨਾਲ ਲੱਗੇ ਤੇ ਉਹਨਾਂ ਨੂੰ ਪਤਾ ਲੱਗੇ ਵੀ ਸਾਡਾ ਮੁੱਦਾ ਕੀ ਹੈ।
ਸਾਡਾ ਮੁੱਦਾ ਹੈਗਾ ਸਿਰਫ ਪੰਜਾਬ ਨੂੰ ਉੱਪਰ ਲੈ ਕੇ ਜਾਣ ਤੇ ਸੇਫ ਕਰਨਾ, ਕਿਸਾਨਾਂ ਨੂੰ ਸੇਫ ਕਰਨਾ, ਮਜ਼ਦੂਰਾਂ ਨੂੰ ਸੇਫ ਕਰਨਾ। ਇਹ ਤੋਂ ਪਹਿਲਾਂ ਸਾਡਾ ਕੋਈ ਮੁੱਦਾ ਨਹੀਂ, ਨਹੀਂ ਸਾਡਾ ਕੋਈ ਪੋਲੀਟੀਕਲ ਮੁੱਦਾ ਪਰਸਨਲੀ ਮੇਰਾ ਜਾਂ even Kitchuni Sahab da. So what we want to do, we just want to create a right party. Thank you very much. I really appreciate everybody for waiting for me. Thank you. ਸਾਰੀ ਪ੍ਰੈਸ ਦੇ ਵੀ ਲਾਈਵ ਚੱਲ ਰਿਹਾ ਪ੍ਰਧਾਨ ਜੀ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਡਾਕਟਰ ਸ਼ੈਲੀ ਆ ਗੁਰਦਾਸਪੁਰ ਤੋਂ ਔਰ ਮੈਂ ਕ੍ਰਿਸਚਨ ਕਮਿਊਨਿਟੀ ਨਾਲ ਅੱਜ ਇੱਥੇ ਬੈਠਾ। ਅਸੀਂ ਬੜੀ ਦੇਰ ਤੋਂ ਇੱਕ ਚੀਜ਼ ਜਿਹੜੀ ਆ ਉਹ ਸੋਚ ਰਹੇ ਸੀ ਕਿ ਕੋਈ ਰਾਈਟ ਪਰਸਨ ਜਿਹੜਾ ਪੰਜਾਬ ਦੇ ਵਿੱਚ ਮੂਵ ਕਰੇ ਜਿਹਦੇ ਨਾਲ ਮਾਈਨੋਰਟੀਜ਼ ਦੇ ਜਿਹੜੇ ਰਾਈਟਸ ਨੇ ਉਹ ਅੱਛੇ ਤਰੀਕੇ ਦੇ ਨਾਲ ਸੇਵ ਹੋਣ। ਪਿਛਲੇ ਬਹੁਤ ਸਾਲਾਂ ਤੋਂ ਮਾਈਨੋਰਟੀਜ਼ ਨੂੰ ਯੂਜ਼ ਕੀਤਾ ਗਿਆ ਔਰ ਕੋਈ ਵੀ ਬੈਨੀਫਿਟ ਅੱਜ ਤੱਕ ਜੋ ਆ ਰਾਈਟ ਵੇ ਦੇ ਨਾਲ ਉਹਨਾਂ ਨੂੰ ਨਹੀਂ ਮਿਲਿਆ। ਅਸੀਂ ਚੂਨੀ ਸਾਹਿਬ ਦੇ ਨਾਲ ਪੂਰੀ ਤਰ੍ਹਾਂ ਖੜੇ ਆ ਔਰ ਯਕੀਨ ਦਿਵਾਉਂਦੇ ਆ ਵੀ ਮਾਈਨੋਰਟੀਜ਼ ਜਿਹੜੇ ਨੇ ਉਹ ਪੂਰਾ ਸਾਥ ਜਿਹੜਾ ਵਾ ਸੰਯੁਕਤ ਸੰਘਰਸ਼ ਪਾਰਟੀ ਦਾ ਦੇਣਗੇ ਔਰ ਜਿੱਥੇ ਜਿੱਥੇ ਵੀ ਸੇਵਾ ਚੂਨੀ ਸਾਹਿਬ ਨੂੰ ਲਗਾਈ ਜਾਏਗੀ ਉਹ ਪੂਰੀ ਤਰ੍ਹਾਂ ਅਸੀਂ ਆਪਣੇ ਤਨ ਮਨ ਧਨ ਦੇ ਨਾਲ ਉਹ ਸੇਵਾ ਨਿਭਾਵਾਂਗੇ। I'm so sorry, you all are so desperate. I agree also. So it's just that we are supporting Sardaar Gurnaam Singh Charuni ji, the stand for which we have been invited here to extend our solidarity with him. We are here. So sorry if you get so desperate into that. I'm Dr. Indira Tiwari, Secretary General All India Hindu Mahasabha. I also contested Varanasi general election under Trinamool Congress by Mamata Banerjee ji. और ये जो इनका संघर्ष था वो मैं 30 नवंबर से इनके पास लगातार जारी थी। ट्रैक्टर रैली I was also leading my Patiala unit of the Jathedari and I'm the witness कि किस तरह से बदनाम किया था गोदी मीडिया ने। But I'm also thankful to you that as Chuduni Sahab said, it is the fourth pillar of our democracy which has been destroyed by all corporate crony capitalism. That's what is the factual position of the state now. And federal जो structure है उसको हमारे जो तथाकथित इतना बड़ा झूठा और जिसकी 3 डिग्री है, कभी क्या इसने पहले बोला मैं MA हूँ, उसके बोला मैं BA भी हूँ, मैं उसके बाद फिर इंटरमीडिएट भी हूँ। I couldn't understand कि एक ऑर्डर चलता है, डिफेंडिंग चलता है। This I couldn't understand and none of the media could dare also. This so-called Godi media. But the Godia is... No. I think I'm sorry. I'm sorry. Let me speak. We are here to stand by him and we also respect you. I'm not at all offending you. नहीं साहब, आपको नहीं दिया, आपको नहीं दिया, आपको नहीं दिया। Fine. Thank you. But we stand for here. मैं सिर्फ 2 स्टेटमेंट दूंगी। चाणक्य ने कहा कि जब राजा एक तो कुंवारा हो तो राजा और राजा व्यापारी हो जाए तो भी बलपूर्वक होता है। We are not desperate, but बात ये कि हमारे पास भी ज्यादा टाइम नहीं है। I know. We are not desperate. एक ही प्रेस कॉन्फ्रेंस काम से कम नहीं है। Don't feel so. If you say so, I'm sorry. But I am not here to offend you. Really. You can understand. सभी पत्रकार का हार्दिक स्वागत। और मैं समझ रही हूँ आपकी भावना को। जैसे पार्टी का नाम है संयुक्त संघर्ष पार्टी, उसी में सब कुछ छिपा हुआ है और ये राजनीति के साथ साथ व्यवस्था परिवर्तन की लड़ाई है जो आज से हम सब मिलकर इसको शुरू कर रहे हैं। और इस लड़ाई में मेरी आप सबसे भी अपील है कि पंजाब और देश को बचाने के लिए
आप भी एक देश का नागरिक होने के नाते हमारा सहयोग करें। आप सबका बहुत बहुत धन्यवाद। बताया जा रहा है वो अंदेशा है कि अगर 5 स्टेटों के अंदर भाजपा बढ़िया करती है या जीत जाती है तो ये किसान बिल जो कृषि कानून बिल है दोबारा वापस लाए जाएंगे। इसके ऊपर आपका क्या कहना है और क्या स्ट्रेटेजी आपकी आगे रहेगी? देखिए, वैसे तो ऐसी संभावना नहीं है कि अगर दूसरे स्टेटों में जीत जाती है तो फिर बिल वापस लाएगी, ऐसी संभावना नहीं है। क्योंकि अभी अगर हम देखें तो सारे स्टेट इसमें इस तरह से नहीं लगे थे जिस तरह से हरियाणा पंजाब में आंदोलन हुआ, इस तरह से भी स्टेटों में नहीं हुआ था। दूसरा जो है कि अगर फिर वापस लाएगी तो हम फिर लड़ने के लिए तैयार हैं। अब हम दोनों तरीके से लड़ेंगे, अब हम अंदर भी लड़ेंगे और अब हम बाहर भी लड़ेंगे। ਅਲਾਈਅੰਸ ਦਾ ਅਜੇ ਕਿਸੇ ਨਾਲ ਕੋਈ ਤੈਅ ਨਹੀਂ ਹੈ ਤੇ ਸਾਡੀ ਕੋਸ਼ਿਸ਼ ਤੇ ਕਰਾਂਗੇ 117 ਤੇ ਲੜਨ ਦੀ। ਬਾਕੀ ਉਸ ਰੱਬ ਦੀ ਮਰਜ਼ੀ ਹੈ। ਅਜੇ ਤੇ ਆਪਾਂ ਸ਼ੁਰੂ ਕੀਤਾ ਹੈ ਕੰਮ, ਪਹਿਲੇ ਦਿਨ ਹੀ ਆਪਾਂ ਨਹੀਂ ਕਹਿ ਸਕਦੇ ਵੀ ਸਾਡੀ ਫਸਲ ਦਾ ਝਾੜ ਕਿੰਨਾ ਹੋਏਗਾ। ਚੜੂਨੀ ਸਾਹਿਬ ਮੇਰੇ ਦੋ ਸਵਾਲ ਨੇ। ਚੜੂਨੀ ਸਾਹਿਬ ਇੱਧਰ ਮੇਰੇ ਦੋ ਸਵਾਲ ਨੇ। ਇੱਕ ਬੰਦਾ ਸਵਾਲ ਕਰੋ। ਮੈਂ ਤੁਹਾਨੂੰ ਦੋ ਸਵਾਲ ਕਰ ਰਿਹਾ, ਇੱਕ ਵਾਰੀ ਇੱਕੋ ਹੀ ਕਰੋ। ਇੱਕ ਤੁਹਾਨੂੰ ਹੈ, ਇੱਕ ਰਛਪਾਲ ਸਿੰਘ ਰਾਜੂ ਨੂੰ ਆ। ਰਛਪਾਲ ਸਿੰਘ ਰਾਜੂ ਨੇ ਅੱਜ ਇੱਥੇ ਭਰੋਸਾ ਦਿੱਤਾ ਹੈ ਕਿ ਮੈਂ ਗੁਰਨਾਮ ਸਿੰਘ ਚੜੂਨੀ ਹੋਰਾਂ ਦੇ ਨਾਲ ਚੱਲੂੰਗਾ। ਥੋੜੇ ਦਿਨ ਪਹਿਲਾਂ ਇਹ ਭਾਈ ਗੁਰਦੀਪ ਸਿੰਘ ਬਠਿੰਡਾ ਹੋਰਾਂ ਨੇ ਇੱਕ ਪਾਰਟੀ ਬਣਾਈ ਸੀਗੀ, ਉੱਥੇ ਗਏ ਸੀਗੇ, ਉੱਥੇ ਕਹਿੰਦੇ ਸੀਗੇ ਕਿ ਮੈਂ ਉਹਨਾਂ ਦੇ ਨਾਲ ਚੱਲਾਂਗਾ। ਮਹੀਨਾ ਪਹਿਲਾਂ ਇੱਕ ਬੀਐਸਪੀ ਦੇ ਜਿੰਨੇ ਰਾਈਵਲ ਗਰੁੱਪ ਸੀਗੇ, ਬੀਐਸਪੀ ਚੋਂ ਜਿੰਨੇ ਸਾਰੇ ਨਿਕਲ ਕੇ ਆਏ ਆਗੂ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਲੱਬ ਦੇ ਵਿੱਚ, ਉੱਥੇ ਵੀ ਇਹ ਨਾਲ ਸੀਗੇ। ਉਹ ਤੋਂ ਪਹਿਲਾਂ ਇੱਕ ਜਿਹੜੇ ਕੈਪਟਨ ਚੰਨਣ ਸਿੰਘ ਸੀਗੇ, ਕੈਪਟਨ ਚੰਨਣ ਸਿੰਘ ਸਿੱਧੂ, ਉਹਨਾਂ ਨੇ ਕਿਸਾਨ ਮਜ਼ਦੂਰ ਪਾਰਟੀ ਬਣਾਈ, ਉੱਥੇ ਵੀ ਕਹਿੰਦੇ ਅਸੀਂ ਨਾਲ ਚੱਲਾਂਗੇ। ਮੇਰਾ ਇਹਨਾਂ ਨੂੰ ਇਹ ਸਵਾਲ ਆ, ਇਹ ਅੱਜ ਦੱਸਣ ਕਿ ਗੁਰਨਾਮ ਸਿੰਘ ਚੜੂਨੀ ਦੇ ਨਾਲ ਖੜੇ ਰਹਿਣਗੇ ਕਿ ਹਲੇ ਵੀ ਕੋਈ ਗੁੰਜਾਇਸ਼ ਰੱਖੀ ਹੋਈ ਆ? ਠੀਕ ਆ। ਪਹਿਲਾਂ ਦੂਜਾ ਸਵਾਲ ਇੱਧਰ ਹੈ ਜੀ, ਫਿਰ ਮੈਂ ਬਹਿ ਜਾਊਂਗਾ। ਤੇ ਚੜੂਨੀ ਸਾਹਿਬ, ਮੈਨੂੰ ਦੂਜਾ ਸਵਾਲ ਤੁਹਾਨੂੰ ਇਹ ਆ ਕਿ ਪੰਜਾਬ ਦਾ ਨੌਜਵਾਨ ਤਾਂ ਪੰਜਾਬ 'ਚ ਰਹਿਣਾ ਚਾਹੁੰਦਾ ਹੈ, ਆਪਣੀ ਪੰਜਾਬ ਦੀ ਧਰਤੀ ਦੇ ਵਿੱਚ ਵਸਣਾ ਚਾਹੁੰਦਾ ਹੈ। ਤੁਹਾਡੇ ਕੋਲ ਕੋਈ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ 'ਚ ਰੱਖਣ ਵਾਸਤੇ ਕੋਈ ਰੋਡ ਮੈਪ ਹੈ ਨਹੀਂ। ਸਾਰੀਆਂ ਪਾਰਟੀਆਂ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਭਰ ਕੇ ਜਹਾਜ਼ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਕਿਉਂ ਭੇਜਣਾ ਚਾਹੁੰਦੀਆਂ ਨੇ? ਇਹਦੇ ਬਾਰੇ ਦੱਸਿਆ ਜਾਵੇ। ਤੁਹਾਡੇ ਕੋਲ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ 'ਚ ਰੱਖਣ ਵਾਸਤੇ ਕਿਆ ਰੋਡ ਮੈਪ ਆ? ਹਾਂਜੀ ਸਾਥੀਓ, ਇਹ ਬਿਲਕੁਲ ਗੱਲ ਠੀਕ ਹੈ ਵੀ ਅਸੀਂ ਇਕੱਠੇ ਹੋ ਰਹੇ ਹਾਂ, ਜਿੰਨੇ ਦਲਿਤ ਪਾਰਟੀਆਂ, ਬੈਕਵਰਡ ਕਲਾਸਿਸ, ਵਪਾਰੀ, ਇਹ ਸਾਰੇ ਇਕੱਠੇ ਹੋ ਕੇ ਸਿੱਖ ਜਥੇਬੰਦੀਆਂ ਵੀ ਜਿਹੜੇ ਕਿ ਬਾਦਲਾਂ ਤੋਂ ਦੁਖੀ ਹੈ, ਔਰ ਉਹਨਾਂ ਦੇ ਨਾਲ ਇੱਕ ਸਭ ਤੋਂ ਵੱਡਾ ਫਾਰਮੂਲਾ ਇਹ ਹੈ ਵੀ ਕਿਸਾਨ ਦੇ ਨਾਲ ਲਿਜਾਣਾ। ਇਹਨਾਂ ਨੇ ਸਾਰਿਆਂ ਨੇ ਅਸੀਂ ਇੱਕ ਫੈਸਲਾ ਕੀਤਾ ਆ ਵੀ ਕਿਸਾਨਾਂ ਦੇ ਨਾਲ ਜਾਣਾ। ਤੁਸੀਂ ਦੇਖਿਆ ਹੋਵੇਗਾ ਵੀ ਜੇ ਅਸੀਂ ਇਕੱਠੇ ਹੋਏ ਸੀ, ਅਸੀਂ 1000 ਗੱਡੀ ਲੈ ਕੇ ਦਿੱਲੀ ਬਾਰਡਰ ਤੇ ਗਏ ਸੀ, ਉੱਥੇ ਬੋਲ ਕੇ ਵੀ ਆਏ ਆ ਸਾਰੇ ਜਣੇ ਵੀ ਅਸੀਂ ਕਿਸਾਨਾਂ ਦੇ ਨਾਲ ਆ, ਸਰਦਾਰ ਗੁਰਨਾਮ ਸਿੰਘ ਚੜੂਨੀ ਦੇ ਨਾਲ ਆ। ਉੱਥੇ ਜੇ ਮੈਂ ਕਿਤੇ ਬੋਲਿਆ ਨਹੀਂ ਹੋਣਾ, ਉੱਥੇ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ ਦਾ ਨਾਂ ਲੈ ਕੇ ਬੋਲੇ ਹੋਣੇ ਆ ਵੀ ਅਸੀਂ ਉਹਨਾਂ ਦੇ ਨਾਲ ਆ। ਕਿਉਂਕਿ ਅੱਜ ਜਿਹੜਾ ਸਮਾਂ ਆ ਨਾ, ਕਿਸਾਨ ਤੇ ਮਜ਼ਦੂਰ, ਵਪਾਰੀ ਸਾਰਿਆਂ ਨੂੰ ਇਕੱਠੇ ਹੋਣ ਦਾ ਆ। ਜੇ ਅੱਜ ਕਿਸਾਨ ਕੋਈ ਵੀ ਇਕੱਠੇ ਹੁੰਦੇ ਆ ਤਾਂ ਅੱਜ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ ਨੇ ਪਾਰਟੀ ਬਣਾਈ ਆ, ਉਹ ਸਾਰੇ ਕਿਸਾਨਾਂ ਨੂੰ ਇਕੱਠੇ ਹੋਣਾ ਚਾਹੀਦਾ, ਆਉਣਾ ਚਾਹੀਦਾ। ਔਰ ਅਸੀਂ ਬਿਲਕੁਲ ਇਹਨਾਂ ਨਾਲ ਆ, ਅੱਗੇ ਪਿੱਛੇ ਨਹੀਂ ਜਾਵਾਂਗੇ। ਔਰ ਉਹ ਜਿਹੜੇ ਧੜੇ ਆ ਉਹ ਇਹਨਾਂ ਨਾਲ ਹੀ ਆ, ਕੋਈ ਵੀ ਇਹਦਾ ਅੱਗੇ ਪਿੱਛੇ ਨਹੀਂ ਹੈ। ਔਰ ਇਕੱਠੇ ਹੋ ਕੇ ਲੜਾਂਗੇ, ਇਕੱਠੇ ਹੋ ਕੇ ਖੜਾਂਗੇ, ਕਿਉਂਕਿ ਅੱਜ ਸਮਾਂ ਵਪਾਰੀ, ਕਿਸਾਨ ਤੇ ਮਜ਼ਦੂਰ ਨੂੰ ਇਕੱਠੇ ਹੋਣ ਦਾ। ਤੁਸੀਂ ਕਹਿੰਦੇ ਜੀ ਇੱਕ ਭਾਈ ਰਿਸ਼ਪਾਲ ਜੀ, ਅਸੀਂ ਛੱਡਿਆ ਹੋਇਆ ਹੈ ਵੀ ਸਾਰਿਆਂ ਨੂੰ ਤਾਲਮੇਲ ਕਰਕੇ ਸਾਡੇ ਨਾਲ ਮਿਲਾ ਦੇ, ਇਸ ਕਰਕੇ ਸਾਰਿਆਂ ਨਾਲ ਤਾਲਮੇਲ ਕਰਦਾ ਹੈ। चंदूरी साहब अभी 32 जत्थेबंदियों की मीटिंग चल रही है। मैं दूसरे सवाल का जवाब दूं। देखिए, जो पंजाब का नौजवान है वो वाकई बहुत परेशान है और बाहर को भाग रहा है। जिन अंग्रेजों को हमने कुर्बानियां दे के देश से निकाला था,
आज हमारे देश का युवा उन्हीं अंग्रेजों के पास जा रहा है। लेकिन ये भी एक बड़ी बात है कि देश के अंदर, पंजाब के अंदर जो पोजीशन है, उनके कारोबार, उनका रोजगार वो यहाँ पे नहीं है। लोगों को मिले तो अपना देश को छोड़ के कोई नहीं जाना चाहता, अपने परिवार को छोड़ के कोई नहीं जाना चाहता। तो हम हर संभव प्रयास करेंगे कि पंजाब के अंदर इतना रोजगार, इतनी व्यवस्था पैदा हो जाए कि कम से कम हर आदमी के परिवार चलाने का साधन तो यहाँ पे पैदा हो। इस तरीके से यहाँ पे काम करेंगे। यहाँ का मुख्य रोजगार जो है पंजाब का आज तक खेती रही है, और खेती को जो है वो इसमें बड़े बदलाव की ज़रूरत है, जिससे यहाँ पे बहुत बड़ा रोजगार पैदा हो सकता है। यहाँ पे बहुत सी खेती इस तरह की पैदा हो सकती है जिसकी विदेशों में डिमांड हो सकती है, लेकिन उसकी व्यवस्था यहाँ पे खड़ी नहीं की गई। और हमने इसीलिए हमने कहा है कि पैदा करने से लेके और उपभोक्ता तक जो कारोबार होगा, खेती का जो कारोबार होगा, वो किसान के हाथ में होगा। और ऐसी खेती की जाएगी जिसकी विदेशों में डिमांड हो। जैसे फूलों की खेती है, बहुत अच्छी खेती हो सकती है। और मैं तो ये भी कहूँगा कि अगर यहाँ पे फीम की खेती करवानी शुरू कर दी जाए तो बहुत उन्नति कर सकता है। मेरी बात को मजाक में मत लेना, मेरी बात को इस तरह से मत लेना कि ये नशा है, लेकिन फीम के अंदर सबसे ज्यादा कमाई भी है अगर हम करें। ਕਨੂਰੀ ਸਾਹਿਬ ਇੱਕ ਸਵਾਲ ਹੈ ਜੀ, ਜਦੋਂ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਪੰਜਾਬ ਦੀਆਂ 32 ਜਥੇਬੰਦੀਆਂ ਵੱਲੋਂ ਉਹਨਾਂ ਨੇ ਕਿਹਾ ਸੀ ਕਿ ਗੁਰਨਾਮ ਸਿੰਘ ਕਾਨੂੰਨੀ ਦਾ ਅਸੀਂ ਵਿਰੋਧ ਕਰਾਂਗੇ। ਖਾਸ ਤੌਰ ਤੇ ਰਾਜੇਵਾਲ ਸਾਹਿਬ ਨੇ ਇਸ ਗੱਲ ਨੂੰ ਕਿਹਾ ਸੀ। ਅੱਜ ਰਾਜੇਵਾਲ ਸਾਹਿਬ ਨੂੰ ਤੁਹਾਡਾ ਸਮਝੌਤਾ ਹੋ ਗਿਆ, ਵਿਰੋਧ ਲਈ ਤਿਆਰ ਹੋ। ਪੰਜਾਬ ਦਾ ਕੋਈ ਕਿਸਾਨ ਆਗੂ ਤੁਹਾਡੇ ਸੰਪਰਕ ਦੇ ਵਿੱਚ ਹੈ? ਲਗਾਤਾਰ ਤੁਸੀਂ ਦਾਅਵਾ ਕਰ ਰਹੇ ਸੀ ਕਿ 32 ਜਥੇਬੰਦੀਆਂ 'ਚ ਬਹੁਤੇ ਆਗੂ ਸਾਡੇ ਸੰਪਰਕ ਵਿੱਚ ਨੇ, ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੈਨਰ ਦੇ ਹੇਠ ਇਲੈਕਸ਼ਨ ਲੜਨ ਲਈ ਤਿਆਰ ਹੋਣਗੇ? ਕਈ ਤਿਆਰ ਹੈ, ਬਾਕੀ ਜਿਵੇਂ ਤੁਸੀਂ ਕਹਿ ਰਹੇ ਹੋ ਉਹਨਾਂ ਦੀ इलेक्शन नहीं लड़ेंगे, वो अलग लड़ेंगे वो। अभी हमारे तक कोई बात नहीं आई है, अभी हमारे तक कोई बात नहीं आई है। जब हमारे अजय साढ़े तक कोई गल नहीं आई, जब साढ़े तक गल आएगी ਅਸੀਂ ਜ਼ਰੂਰ ਜਵਾਬ ਦੇਵਾਂਗੇ। ਜਥੇਬੰਦੀਆਂ ਦੀ ਮੀਟਿੰਗ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਹੋਈ ਹੈ, ਪਰਸੋਂ ਜੀ। 7 ਜਥੇਬੰਦੀਆਂ ਚ ਵੱਖ ਹੋਈਆਂ। ਉਹ 7 ਜਥੇਬੰਦੀਆਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਤੁਹਾਡੇ ਨਾਲ ਉਹਨਾਂ ਸੰਬੰਧ ਰੱਖ ਰਹੀਆਂ ਨੇ, ਗੱਲਬਾਤ ਚੱਲ ਰਹੀ ਆ। ਨਹੀਂ, ਇਹ 7 ਨਾਲ ਹੋਊਗਾ ਜਾਂ 25 ਨਾਲ ਹੋਏਗਾ ਜੀ? 9 ਜਥੇਬੰਦੀਆਂ ਉਹਨਾਂ ਤੋਂ ਵੱਖ ਹੋਈਆਂ। 9 ਜਥੇਬੰਦੀਆਂ ਉਹ ਨੇ ਜਿਹੜੀ ਉਹਨਾਂ ਦੇ ਨਾਲ ਨਹੀਂ ਜਾ ਰਹੀਆਂ, ਜਿੱਥੋਂ ਤੱਕ ਮੈਨੂੰ ਪਤਾ ਲੱਗਾ ਹੈ। ਵੈਸੇ ਇਹ ਅੰਦਰ ਦੀ ਗੱਲ ਹੈ, ਬਾਹਰ ਅਜੇ ਕੁਝ ਛੁੱਟ ਕੇ ਨਹੀਂ ਆ ਰਿਹਾ। ਜਦੋਂ ਬਾਹਰ ਕੁਝ ਛੁੱਟ ਕੇ ਆਏਗਾ ਫਿਰ ਬਾਹਰ ਆ ਹੀ ਗਈ ਹੈ ਜੀ 9 ਵਾਲੀ। ਉਹ 9 ਤੁਹਾਡੇ ਨਾਲ ਜਾਣਗੇ ਜਾਂ ਅਲੱਗ ਹੋਣਗੇ? 9 ਦਾ ਨਹੀਂ, ਉਹ ਸਾਡੇ ਨਾਲ ਜਾਣ ਵਾਲੇ ਨਹੀਂ ਹੈ, ਉਹ ਹੈ ਜਿਹੜੇ ਨਿਊਟਰਲ ਰਹਿਣਗੇ। पार्टी रजिस्टर्ड होगी जी आपकी? ਪਾਰਟੀ ਦਾ ਨਾਮ ਮਿਲ ਗਿਆ ਹੈ, ਰਜਿਸਟਰਡ ਹੋਣਾ ਦਾ ਬਸੋ ਨੰਬਰ ਜਿਹੜਾ ਬਾਕੀ ਹੈ, ਬਾਕੀ ਉਹਦਾ ਕੰਮ ਪੂਰਾ ਹੋ ਗਿਆ। सिंबल क्या रहेगा जी? ਸਿੰਬਲ ਤੇ ਬਾਅਦ ਚ ਜਦੋਂ ਹੋ ਜਾਂਦੇ ਉਸ ਤੋਂ ਬਾਅਦ ਅਪਲਾਈ ਕਰਨਾ ਪੈਂਦਾ। ਮੇਰਾ ਇੱਕ ਕੁਐਸਚਨ ਹੈ ਕਿ ਇੱਕ ਕ੍ਰਾਂਤੀਕਾਰੀ ਮਜ਼ਦੂਰ ਕਿਸਾਨ ਦਲਿਤ ਪਾਰਟੀ ਬਣਾਈ ਸੀ, ਹੁਣ ਤੁਸੀਂ ਇੱਕ ਨਵੀਂ ਪਾਰਟੀ ਬਣਾ ਲਈ। ਕਦੋਂ ਬਣਾਈ? ਤੁਸੀਂ ਇੱਥੇ 30 ਸੈਕਟਰ ਤੁਸੀਂ ਘੋਸ਼ਣਾ ਕੀਤੀ ਸੀਗੀ ਬਕਾਇਦਾ। ਉਸਦੇ ਕਈ ਫੰਕਸ਼ਨਾਂ ਤੇ ਤੁਸੀਂ ਲੁਧਿਆਣਾ ਗਏ, ਜਲੰਧਰ ਗਏ, ਕਈ ਫੰਕਸ਼ਨ ਹੋਏ ਉਸਦੇ। ਕਿਸਾਨ ਮਜ਼ਦੂਰ ਦਲਿਤ ਕਿਹੜੀ ਪਾਰਟੀ ਬਣਾਈ ਸੀ? 29 ਸੈਕਟਰ 'ਚ ਬਣਾਈ ਸੀਗੀ ਦੇਸ਼ ਸੇਵਕ ਦੇ ਨਾਲ, ਜਿਹੜੀ ਗਦਰੀ ਬਾਬਿਆਂ ਦੀ ਜਿਹੜੀ ਬਿਲਡਿੰਗ ਹੈ ਜੀ, ਤੁਸੀਂ ਉੱਥੇ ਬਣਾਈ ਸੀਗੀ। ਉੱਥੇ ਤੁਸੀਂ ਵੱਡਾ ਇੱਕ ਪ੍ਰੋਗਰਾਮ ਕੀਤਾ ਸੀਗਾ ਜੀ। ਨਹੀਂ, ਅਸੀਂ ਕੋਈ ਪਾਰਟੀ ਨਹੀਂ ਬਣਾਈ ਹੁਣ ਤੋਂ ਪਹਿਲਾਂ। ਉਂਝ ਕਿਸੇ ਨੇ ਬੁਲਾ ਲਿਆ ਹੋਵੇ ਸਤਿ ਸ੍ਰੀ ਅਕਾਲ ਕਰਨ ਵਾਸਤੇ। 29 ਸੈਕਟਰ ਕਹਿੰਦੇ ਦੇਸ਼ ਸੇਵਕ ਦੇ ਸਭਾਗਾਰ ਵਿੱਚ ਤੁਸੀਂ ਉਸਦੀ ਪ੍ਰੈਸ ਕਾਨਫਰੰਸ ਕੀਤੀ ਸੀ, ਬਕਾਇਦਾ ਘੋਸ਼ਣਾ ਕੀਤੀ ਸੀ। ਨਹੀਂ, ਕੋਈ ਪਾਰਟੀ ਹੁਣ ਤੋਂ ਪਹਿਲਾਂ ਨਹੀਂ ਬਣਾਈ। ਚੜੂੰਦੀ ਸਾਹਿਬ ਉੱਥੇ ਬਕਾਇਦਾ ਪ੍ਰੋਗਰਾਮ ਸੀਗਾ, ਮਨਰੇਗਾ ਵਾਲੇ ਸਾਰੇ ਆਏ थे, ਗੁਰਨਾਮ ਸਿੰਘ ਢੋਲਰ ਮਾਜਰੇ ਵੀਰੇ ਹੋਰ ਜਿੰਨੇ ਵੀ ਆਗੂ ਸੀਗੇ। ਉਹ ਪਾਰਟੀ ਨਹੀਂ ਸੀ, ਉਹ ਪ੍ਰੋਗਰਾਮ ਸੀ ਵੀਰੇ। ਨਹੀਂ, ਉਹ ਨਾ ਮੈਂ ਪਾਰਟੀ ਨਹੀਂ ਬਣਾਈ। ਪਾਰਟੀ ਨਹੀਂ ਸੀ, ਉਹ ਪ੍ਰੋਗਰਾਮ ਸੀਗਾ। ਬੁਲਾਣਾ ਹੋਰ ਚੀਜ਼ ਹੁੰਦੀ ਹੈ, ਪਾਰਟੀ ਬਣਾਉਣਾ ਹੋਰ ਚੀਜ਼ ਹੁੰਦੀ ਹੈ।
साहब बीजेपी कह रही है, कानूनी साहब बीजेपी कह रही है कि दिल्ली बाहर आ गई थैले से। आप हम तो कहते थे पहले ये इलेक्शन लड़ेंगे, आप आपका क्या रिएक्शन? क्या जी? बीजेपी कह रही है कि हम तो पहले कहते थे ये इलेक्शन लड़ने के लिए सारा हो रहा है, आप आपका क्या रिएक्शन? क्या इलेक्शन केवल बीजेपी को ही लड़ना चाहिए या जो राजनीतिक पार्टियां हैं, या ये कोई बिजनेस है कि इस वाला इधर वाला बिजनेस छोड़ के उधर वाले बिजनेस में क्यों जा रहा है? क्या नहीं नहीं, मैं पूछना ये चाह रहा हूँ कि बीजेपी ये कह रही थी कि तो पहले ही कह रही थी कि इलेक्शन लड़ेगा मनोबल तोड़ने के लिए, कि इसलिए आंदोलन से हट जाए। क्या बीजेपी को देश को बेचने की छूट दे दे कि वो हमें ताना मारेगी, उस ताने से बचने के लिए बीजेपी को छूट दे दें कि वो सारे एयरपोर्ट बेच दे, सारी वो ट्रेनें भी बेच दे, सारे वो बंदरगाहें भी बेच दे, पूरे देश की कंपनियां भी बेच दे, पूरे देश के बैंक भी बेच डाले, उसको छूट दे दें देश को बेचने की। हम उनको लगाम लगाने के लिए सब कुछ कर रहे हैं। हमारी बदकिस्मती यही तो है कि हमारे सरकार क्या होती है? सरकार दूसरी खुदाई होती है, जनता को बचाने की जिम्मेवारी होती है उसकी। यहाँ वो सरकारें कहे कि मेरे को मंत्री मत समझना, मैं बहुत खुश हूँ, और वो कुचल दे लोगों को और उनको सत्ता में बैठे रहने दें। इस सत्ता को क्यों पार्टी बना रहे हैं? ऐसे लोगों को राजनीति में अगर भेजेंगे, अब भाई सवाल करते कि बीजेपी वाले ये कह रहे हैं क्या ऐसे गुंडों लोगों को राज करने दें? भाई जब आपके पास ताकत है, अब हथियारों की लड़ाई नहीं है, वोट की लड़ाई है। वोट आपकी है, 80 लाख वोट से ज्यादा किसानों की है पंजाब के अंदर, 59 लाख वोट से सरकार बनी है, और 80 लाख वोट यहाँ मजदूरों की भी होगी। फिर यहाँ पूंजीपतियों का राज कैसे है? कारपोरेट के दलाल है, उनका राज कैसे है? तो उनको निकालने के लिए उसका यही तरीका है कि खुद राजनीति में आ जाए। और एक और बात बता दूंगा, गुरु गोबिंद सिंह जी ने सारी लड़ाइयां लड़ने के बाद ये कहा, राज बिना नहीं धर्म चले हैं। चाणक्य ने कहा है कि अगर अच्छे लोग राजनीति से बाहर रहेंगे तो बुरे लोग आपके ऊपर राज करेंगे। सर छोटू राम राजनीति में रहे हैं तो करोड़ बनवा पाए हैं। राजनीति कोई उनके लिए, देखिए राजनीति में जाके गलत काम भी कर सकते हैं, अच्छे काम भी कर सकते हैं। अब गलत काम करने वाले वहां चले गए हैं, उनको निकालने की जरूरत है, उनको सबको सिखाने की जरूरत है। गुरनाम जी पहला भी ਜਿਹੜਾ ਕੀ ਹੈ ਇੱਥੇ ਆ ਕੇ ਲੋਕ ਵਾਅਦੇ ਕਰਦੇ ਕਿ ਇਲੈਕਸ਼ਨ ਆਉਣ ਵਾਲੇ ਨੇ, ਇਲੈਕਸ਼ਨ ਤੋਂ ਪਹਿਲਾਂ ਸਾਰੀ ਸਿਆਸੀ ਪਾਰਟੀਆਂ ਆ ਕੇ ਵਾਅਦੇ ਕਰਦੀਆਂ, ਦਿੱਲੀ ਤੋਂ ਅਰਵਿੰਦ ਕੇਜਰੀਵਾਲ ਵੀ ਆਉਂਦੇ ਨੇ। ਤੁਹਾਡੇ ਕੋਲ ਕੋਈ ਬਲੂਪ੍ਰਿੰਟ ਵੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਜਿਹੜੇ ਦਾਅਵੇ ਉਹਨਾਂ ਨੂੰ ਪੂਰਾ ਕਰੋਗੇ? ਦੂਜੀ ਗੱਲ, ਤੁਹਾਡੇ ਉੱਤੇ ਤਾਂ ਕਦੇ ਐਸਕੇਐਮ ਨੇ ਭਰੋਸਾ ਨਹੀਂ ਕੀਤਾ, ਉਹ ਵੀ ਤੁਹਾਨੂੰ ਸਸਪੈਂਡ ਕਰਦੇ ਰਹੇ ਹੈ, ਲੋਕੀ ਕਿਵੇਂ ਭਰੋਸਾ ਕਰਨਗੇ ਤੁਹਾਡੇ? ਐਸਕੇਐਮ ਨੇ ਤੇ ਇਸ ਕਰਕੇ ਨਹੀਂ ਵੀ ਉਹਨਾਂ ਭਰੋਸਾ ਨਹੀਂ ਕੀਤਾ, ਇਸ ਕਰਕੇ ਬਾਹਰ ਕੱਢਿਆ। ਸਸਪੈਂਡ ਤਾਂ ਕਰਦਾ ਰਿਹਾ ਤਾਂ ਇਸ ਕਰਕੇ ਸਸਪੈਂਡ ਕੀਤਾ ਸੀ ਕਿ ਪੰਜਾਬ ਵਿੱਚ ਇੰਟਰ ਕਿਉਂ ਕਰ ਗਿਆ। ਅੱਛਾ, ਉਹਨਾਂ ਦਾ ਜਿਹੜੀ ਬਲੂਪ੍ਰਿੰਟ ਕੀ ਹੈ? ਪੰਜਾਬ ਕਾਫੀ ਕ੍ਰਾਈਸਿਸ ਤੇ ਚੱਲ ਰਿਹਾ ਹੈ, ਕੰਟਰੈਕਚੁਅਲ EMPLOYEES ਵੀ ਕਰ ਰਹੇ ਨੇ, ਬਹੁਤ ਚੀਜ਼ਾਂ ਚੱਲ ਰਹੀਆਂ। ਅਸੀਂ ਦੱਸ ਹਟੇ ਆ ਨਾ, ਅਸੀਂ ਦੱਸ ਹਟੇ ਆ ਕਿ ਵੀ ਜਿਹੜਾ ਸਭ ਤੋਂ ਉਤਲੇ ਲੋਕਾਂ ਦੀ ਜੇਬ 'ਚ ਪੈਸਾ ਜਾ ਰਿਹਾ ਹੈ, ਉਹ ਪੈਸਾ ਸਭ ਤੋਂ ਥੱਲੇ ਵਾਲੇ ਲੋਕਾਂ ਦੀ ਜੇਬ 'ਚ ਆਉਣਾ ਚਾਹੀਦਾ। ਕਿਵੇਂ? ਇਹਦਾ ਜਿਹੜਾ ਪੂਰਾ ਜਿਹੜਾ ਮੈਨੀਫੈਸਟੋ ਹੈ ਉਹ ਬਣਾ ਕੇ ਤੁਹਾਡੇ ਸਾਹਮਣੇ ਰੱਖਾਂਗੇ। आप इलेक्शन लड़ोगे? नहीं, मैं पंजाब में इलेक्शन नहीं लड़ता, लड़वा रहे हैं। सर 3 चुनाव लड़े हैं आपने। कहते हैं कि आरएसएस के मेंबर्स भी हैं बहुत सारे किसान आगू जी। एक एलिगेशन किसान आगुओं का भी लग रहा है कि किसान आगू कुछ आरएसएस के मेंबर्स हैं, डल्लेवाल साहब। नहीं, ये मेरा कोई मतलब नहीं है ना, मेरा कोई क्वेश्चन है। हाँ, आरएसएस का एक जगह कक्का शिव कुमार कक्का वो आरएसएस का है, ਰਿਹਾ ਕਾਫੀ ਦੇਰ ਉਹਦਾ ਪ੍ਰਧਾਨ ਰਿਹਾ ਆਰਐਸਐਸ ਦਾ। ਫਿਰ ਉਸ ਨੂੰ 5 ਮੈਂਬਰੀ ਕਮੇਟੀ 'ਚ ਵੀ ਤੁਸੀਂ ਸ਼ਾਮਲ ਕੀਤਾ, ਤੁਸੀਂ ਵੀ ਉਸ ਕਮੇਟੀ ਦੇ ਮੈਂਬਰ ਹੋ ਜਿਹੜੀ ਸਰਕਾਰ ਨਾਲ ਗੱਲਬਾਤ ਕਰਦੀ ਰਹੀ ਆ। ਨਹੀਂ, ਉਹਦੇ 'ਚ ਕੱਕਾ ਸ਼ਾਮਲ ਨਹੀਂ। ਕੱਕਾ ਸ਼ਾਮਲ ਆ ਜੀ, 5 ਮੈਂਬਰੀ ਕਮੇਟੀ 'ਚ ਕੱਕਾ 5 ਮੈਂਬਰੀ ਕਮੇਟੀ 'ਚ ਕੱਕਾ ਸ਼ਾਮਲ ਨਹੀਂ। 5 ਮੈਂਬਰੀ ਕਮੇਟੀ ਸਰ ਸ਼ਾਮਲ ਆ, ਕੱਕਾ ਸ਼ਾਮਲ ਆ ਜੀ। ਉਹ ਕੱਢਤਾ ਯਾਰ ਕਹਿ ਉਹ ਬਾਈ ਕੱਢਤਾ ਸੀ 5 ਤੁਸੀਂ ਯਾਰ।
ਬਹੁਤ ਚੰਗਾ ਸਵਾਲ ਤੁਸੀਂ ਕਰਤਾ, ਬਹੁਤ ਚੰਗਾ ਸਵਾਲ ਕਰਤਾ। ਜੇ ਉਦਾਹਰਨ ਦੇ ਤੌਰ ਤੇ ਕੇਜਰੀਵਾਲ ਦੇ 4 ਮੈਂਬਰ ਆਏ ਸੀ ਪਾਰਲੀਮੈਂਟ ਦੇ, ਉਹਨਾਂ ਨੇ ਅੰਦਰ ਗੱਲ ਕੀਤੀ, ਕਿਸੇ ਨੇ ਸੁਣੀ। ਜੇ ਉਹ 4 ਮੈਂਬਰ ਪਾਰਲੀਮੈਂਟ ਚੋਂ ਉੱਠ ਕੇ ਸੜਕ ਤੇ ਆ ਜਾਂਦੇ, ਪਾਰਲੀਮੈਂਟ ਚੋਂ ਉੱਠ ਕੇ ਪਬਲਿਕ ਦੇ ਵਿੱਚ ਆ ਜਾਂਦੇ ਵੀ ਗੱਲ ਤਾਂ ਸਾਡੀ ਠੀਕ ਸੀ ਪਰ ਸਾਡੀ ਘੱਟ ਗਿਣਤੀ ਹੈ ਇਸ ਕਰਕੇ ਮੰਨਣੀ, ਆਪਾਂ ਆ ਬੈਠਾਂਗੇ ਭੁੱਖ ਹੜਤਾਲ ਤੇ, ਸਾਰਾ ਦੇਸ਼ ਉਹਨਾਂ ਦੇ ਪਿੱਛੇ ਲੱਗਣਾ ਸੀ। ਸਾਡਾ ਬਿਲਕੁਲ ਸਪਸ਼ਟ ਹੈ, ਜੇ ਰਾਜ ਆਉਂਦਾ ਹੈ ਤੇ ਕਲਮ ਨਾਲ ਕਰਾਂਗੇ, ਜੇ ਰਾਜ ਨਹੀਂ ਆਉਂਦਾ ਅੰਦਰ ਲੜ ਕੇ ਕਰਾਂਗੇ। ਅੰਦਰ ਗੱਲ ਮੰਨਣੀ ਨਹੀਂ ਜਾਂਦੀ, ਸਾਰੇ ਐਮਐਲਏ ਵਿਰੋਧ ਪਬਲਿਕ ਦੇ ਵਿੱਚ ਸੜਕਾਂ ਤੇ। ਇਹ ਬਾਕੀ ਦੇ ਮੇਰੇ ਤੋਂ ਵੀ ਪਹਿਲਾਂ ਜਾਣ ਵਾਸਤੇ ਤਿਆਰ ਬੈਠੇ ਨੇ ਗੁਰੂ। ਨਹੀਂ ਦਰਸ਼ਨਪਾਲ ਦੇ ਹੁਣ ਮੇਰੇ ਕੋਲ ਕੀ ਕਹਾਓਗੇ? SKM ਨਹੀਂ, ਕੇਵਲ ਇੰਨਾ ਹੈ ਵੀ SKM ਦਾ ਨਾਂ ਨਹੀਂ ਲਏਗਾ। SKM ਦਾ ਨਾਂ ਕੋਈ ਲਿਖਿਆ, ਜਿਹੜਾ ਕੋਈ ਰਾਜਨੀਤੀ ਕਰੇਗਾ ਉਹ SKM ਦਾ ਨਾਂ ਨਹੀਂ ਲਏਗਾ। ਇੱਕ ਗੱਲ। ਦੂਜੀ ਗੱਲ, ਜਿੱਥੋਂ ਤੱਕ ਰਾਜਨੀਤੀ ਸਵਾਲ ਹੁਣ ਤੁਸੀਂ ਪੰਜਾਬ ਦੀ 32 ਜਿਹੜੇ ਦੁਨੀਆ ਕਰ ਰਹੇ ਹੋ, ਖੁਦ ਕਈ ਤੁਹਾਨੂੰ ਦਿਖਾਵਾਂਗਾ ਹੁਣ ਇਲੈਕਸ਼ਨ ਲੜਦੇ। ਜਿਹੜੀ ਮੀਟਿੰਗ ਚੱਲ ਰਹੀ ਹੈ, ਜਿਹੜੀ ਅੱਜ ਵੀ ਕਹਿ ਰਹੇ ਨੇ ਮੀਟਿੰਗ ਚੱਲ ਰਹੀ ਹੈ, ਉਹ ਕਾਹਦੇ ਵਾਸਤੇ ਚੱਲ ਰਹੀ ਹੈ? ਇਸੇ ਵਾਸਤੇ ਚੱਲ ਰਹੀ ਹੈ ਨਾ ਵੀ ਕਿਤੇ ਨਾ ਕਿਤੇ ਰਾਜਨੀਤੀ ਨਾਲ ਟੱਚ ਹੋਈ ਹੈ, ਕਿਹੜੇ ਪਾਸੇ ਵੀ ਕਿਹੜੇ ਪਾਸੇ ਨਹੀਂ ਹੋ ਅਜੇ। ਇਹ ਤੇ ਰਾਜੇਵਾਲ ਨੂੰ ਪੁੱਛਿਆ ਜੀ, ਪਰ ਮੇਰਾ ਖਿਆਲ ਤੇ ਜ਼ਰੂਰ ਲੜੂ। ਹਾਂ ਚੱਲ ਰਹੀ ਹੈ, ਉਹਨਾਂ ਦੀ ਮੀਟਿੰਗ ਇਸੇ ਜਗ੍ਹਾ ਤੇ ਚੱਲ ਰਹੀ ਵੀ ਆਪਣਾ ਕੀ ਰੋਲ ਹੋਣਾ ਚਾਹੀਦਾ। ਆਪਣਾ 3 चुनाव लड़े सर। ਚਲੋ ਠੀਕ ਹੈ ਜੀ। ਮੇਰਾ ਸਵਾਲ ਹੈ ਸਰ, ਤੁਸੀਂ ਕਿਸਾਨੀ ਤੇ ਮਜ਼ਦੂਰ ਨੂੰ ਲੈ ਕੇ ਗੱਲ ਕਰ ਰਹੇ ਹੋ, ਪੰਜਾਬ ਦੇ ਹੋਰ ਕੋਈ ਮੁੱਦੇ ਤੇ ਗੱਲ ਵੀ ਤਾਂ ਕਰੋ, ਕੋਈ ਰਾਏ ਦਿਓ। ਅਸੀਂ ਸਾਰਿਆਂ ਵਾਸਤੇ ਕਰ ਰਹੇ ਹਾਂ। ਅਸੀਂ ਹੁਣੇ ਕਿਹਾ ਕਿ ਸਾਡਾ ਮੁੱਦਾ ਸਿਰਫ ਕਿਸਾਨੀ ਹੈ ਤੇ ਮਜ਼ਦੂਰ ਹੈ। ਸਰ ਨੇ ਕਿਹਾ ਜੀ ਸੁਣੋ ਛੋਟੇ ਭਾਈ, ਅਸੀਂ ਕਿਹਾ ਸਾਰੇ ਵਰਗਾਂ ਵਾਸਤੇ ਕੰਮ ਕਰਾਂਗੇ। ਸਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੋਸਟ ਵੈਪਨ ਕਰਦੇ ਹਾਂ, ਤੁਸੀਂ ਪੰਜਾਬ ਚ ਆਓ, ਠੀਕ ਹੈ ਸਰ, ਕਿਉਂਕਿ ਸਾਡੇ ਪੰਜਾਬ ਵਾਲੇ ਜਿਹੜੇ ਹੈਗੇ ਆ ਸਰ ਉਹ ਨਿਕੰਮੇ ਹੋ ਚੁੱਕੇ ਆ, ਸਾਡੇ ਕਿਸੇ ਮੁੱਦੇ ਦਾ ਕੋਈ ਹੱਲ ਨਹੀਂ ਹੋ ਰਿਹਾ। ਆ ਤੁਹਾਡੇ ਸਾਹਮਣੇ ਸਰ ਅਸੀਂ ਬੇਰੁਜ਼ਗਾਰ ਖੜੇ ਆ, ਸਾਡੀ ਭਰਤੀ ਕੋਈ ਪੂਰੀ ਨਹੀਂ ਹੋਈ ਸਰ, ਅਸੀਂ ਬੇਰੁਜ਼ਗਾਰ ਹਾਂ। ਸਾਡੇ ਵਾਸਤੇ ਵੀ ਸਰ ਪਲੀਜ਼ ਸਾਡੀ ਰਿਕੁਐਸਟ ਹੈ ਕਿ ਤੁਸੀਂ ਸਾਡੇ ਮੁੱਦੇ ਹੱਲ ਕਰੋ। ਤੁਸੀਂ ਪੱਤਰਕਾਰ ਹੋ? ਨਹੀਂ ਸਰ, ਮੈਂ ਸਟੂਡੈਂਟ ਹਾਂ। मीडिया कार्रवाई चल रही है, इधर मीडिया माइक वापस ले लिया और मैंने